ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਜਲ ਨ ਬੁਝੀ ਸ਼ੀਤਲ ਹੋਏ ਮਨੁਆ ਜਲ ਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਜਲ ਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਜਲ ਨ ਬੁਝੀ ਸ਼ੀਤਲ ਹੋਏ ਮਨੁਆ ਜਲ ਨ ਬੁਝੀ ਸ਼ੀਤਲ ਹੋਏ ਮਨੁਆ। ਗੁਰੂ ਪਿਆਰੇ ਸਾਧ ਸੰਗੀ ਜਨੋ, ਤੁਸੀਂ ਸਿਆਣੇ ਪੁਰਸ਼ ਬੈਠੇ ਹੋ, ਜਦੋਂ ਕਿਤੇ ਕਿਤੇ ਝਗੜਾ ਹੁੰਦਾ ਹੋਵੇ ਦੋ ਧਿਰਾਂ ਦੋ ਵਿਅਕਤੀ ਕੋਈ ਵੀ, ਕਿਉਂਕਿ ਝਗੜਾ ਦੋਵਾਂ ਵਿੱਚ ਹੁੰਦਾ ਨਾ, ਚਾਹੇ ਦੋ ਸੰਸਥਾਵਾਂ ਹੋਣ, ਚਾਹੇ ਦੋ ਪਾਰਟੀਆਂ ਹੋਣ, ਚਾਹੇ ਦੋ ਵਿਅਕਤੀ ਹੋਣ, ਦੋਹਾਂ ਦੇ ਅੰਦਰ ਜਦੋਂ ਝਗੜਾ ਹੁੰਦਾ ਹੋਵੇ ਉਸ ਨੂੰ ਆਪਾਂ ਮਿਟਾਉਣ ਵਾਸਤੇ ਕਿਸੇ ਸਿਆਣੇ ਪੁਰਸ਼ ਨੂੰ ਬੁਲਾਉਂਦੇ ਹਾਂ। ਸਿਆਣੇ ਪੁਰਸ਼ ਨੂੰ ਬੁਲਾਉਂਦੇ ਹਾਂ, ਇਹਨਾਂ ਨੂੰ ਸਮਝਾਓ ਜੀ। ਤੇ ਸਿਆਣਾ ਪੁਰਸ਼ ਉਹਨਾਂ ਨੂੰ ਸਮਝਾਉਂਦਾ ਹੈ। ਕਿਵੇਂ ਸਮਝਾਉਂਦਾ ਜੀ? ਬਚਨਾਂ ਨਾਲ ਸਮਝਾਉਂਦਾ ਹੈ, ਕੁਝ ਸ਼ਬਦ ਕਹਿੰਦਾ ਹੈ। ਕੁਝ ਸ਼ਬਦ ਕਹਿੰਦਾ ਹੈ, ਝਗੜਾ ਨਾ ਕਰੋ। ਝਗੜਾ ਮਿਟ ਜਾਂਦਾ, ਫਿਰ ਉਹ ਆਖਦਾ ਹੈ ਮੈਂ ਇਹਨਾਂ ਨੂੰ ਸਮਝਾਇਆ, ਹੁਣ ਸ਼ਾਂਤ ਹੋ ਗਏ, ਹੁਣ ਝਗੜਾ ਨਹੀਂ ਕਰਨਗੇ, ਮੈਂ ਇਹਨਾਂ ਨੂੰ ਸਮਝਾਇਆ ਹੈ। ਤੇ ਫਿਰ ਆਪਾਂ ਦੁਨੀਆਦਾਰ ਫਿਰ ਦੱਸਦੇ ਵੀ ਫਿਰਦੇ ਨੇ ਬੜਾ ਗੁੱਸੇ ਵਿੱਚ ਸੀ, ਉਹ ਤਾਂ ਗਲ ਪਈ ਜਾਂਦਾ ਸੀ, ਮੈਂ ਉਸ ਨੂੰ ਸ਼ਾਂਤ ਕੀਤਾ, ਮੈਂ ਕਿਹਾ ਤੂੰ ਬੰਦਾ ਬਣ, ਚੰਗਾ ਬਣ, ਤੂੰ ਬੜਾ ਭਲਾ ਬੰਦਾ ਹੈ, ਗੁੱਸੇ ਵਿੱਚ ਨਾ। ਇਹੋ ਜਿਹੇ ਆਪਾਂ ਸਧਾਰਨ ਸ਼ਬਦ ਬੋਲਦੇ ਨਾ, ਮੈਂ ਉਸ ਨੂੰ ਸ਼ਾਂਤ ਕੀਤਾ। ਕਿਵੇਂ ਕੀਤਾ? ਜੇ ਤਾਂ ਥੱਪੜ ਮਾਰੇਗਾ ਤਾਂ ਫਿਰ ਤਾਂ ਇੱਕ ਹੋਰ ਝਗੜਾ ਹੋ ਗਿਆ। ਬਚਨਾਂ ਦੇ ਨਾਲ ਉਸ ਨੂੰ ਸ਼ਾਂਤ ਕੀਤਾ, ਸ਼ਬਦਾਂ ਦੇ ਨਾਲ ਕੁਝ ਐਸੇ ਸ਼ਬਦ ਕਹੇ ਜਿਨ੍ਹਾਂ ਨਾਲ ਅੰਦਰੋਂ ਗੁੱਸਾ ਚਲਾ ਗਿਆ, ਉਹ ਸ਼ਾਂਤ ਹੋ ਗਿਆ। ਸਾਡੇ ਅੰਦਰ ਝਗੜਾ ਚੱਲ ਰਿਹਾ ਹੈ,
ਆਤਮਾ ਦਾ ਵਿਕਾਰਾਂ ਨਾਲ, ਵਾਸ਼ਨਾਵਾਂ ਦੇ ਨਾਲ ਝਗੜਾ ਹੋ ਰਿਹਾ ਅੰਦਰ। ਇਸ ਕਰਕੇ ਸ਼ਾਂਤੀ ਨਹੀਂ ਹੈ, ਅਸ਼ਾਂਤ ਹੈ ਆਪਾਂ ਸਾਰੇ ਅੰਦਰ। ਹੁਣ ਇਹ ਝਗੜੇ ਨੂੰ ਮਿਟਾਉਣ ਵਾਸਤੇ ਸਾਨੂੰ ਸ਼ਬਦਾਂ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਨਾਲ ਸ਼ਾਂਤੀ ਮਿਲੇ, ਇਹ ਝਗੜਾ ਮਿਟ ਜਾਵੇ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਨੇ ਬੜੀ ਸਾਡੇ ਤੇ ਬਖਸ਼ਿਸ਼ ਕੀਤੀ। ਇਹ ਝਗੜੇ ਮਿਟਾਉਣ ਵਾਸਤੇ ਸਤਿਗੁਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਿਆ ਸੀ। ਉਹਨਾਂ ਸਤਿਗੁਰੂਆਂ ਦੀ, ਉਹਨਾਂ ਸੰਤਾਂ ਦੀ, ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਝਗੜੇ ਮਿਟਾਏ ਔਰ ਸੰਸਾਰ ਦੇ ਲੋਕਾਂ ਨੂੰ ਆਖਿਆ ਕਿ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਹੈ, ਮੈਂ ਇਹਨਾਂ ਸ਼ਬਦਾਂ ਦੇ ਨਾਲ ਆਪਣੇ ਆਪ ਨੂੰ ਸ਼ਾਂਤ ਕੀਤਾ। ਇਹ ਸ਼ਬਦ ਅੰਦਰੋਂ ਝਗੜਾ ਮੁਕਾਉਂਦੇ ਹਨ, ਦੁਬਿਧਾ ਮੁਕਾਉਂਦੇ ਹਨ। ਤਪਿਆ ਹੋਇਆ ਹਿਰਦਾ, ਸੜਦਾ ਬਲਦਾ ਹਿਰਦਾ, ਸਾਹਿਬ ਕਹਿੰਦੇ ਜਲਦਾ ਹੋਇਆ, ਸੜਦਾ ਹੋਇਆ, ਬੁੱਝੀ ਸਾੜਨ ਵਾਲੀ ਅੱਗ ਬੁੱਝ ਜਾਂਦੀ ਹੈ। ਸ਼ੀਤਲ ਹੋਏ ਮਨੁਆ, ਮਨ ਸ਼ਾਂਤ ਹੋ ਗਿਆ, ਠੰਡਾ ਹੋ ਗਿਆ। ਸ਼ਬਦ ਠੰਡਾ ਕਰੇਗਾ, ਸ਼ਬਦ ਸ਼ਾਂਤ ਕਰੇਗਾ। ਮੈਂ ਨਹੀਂ ਕਹਿ ਰਿਹਾ, ਸਤਿਗੁਰਾਂ ਦਾ ਆਪਾਂ ਬਚਨ ਜੋ ਪੜ੍ਹ ਰਹੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਸ ਨੂੰ ਸੁਣ ਸੁਣ ਕੇ ਪਰਮਗਤੀ ਨੂੰ ਪ੍ਰਾਪਤ ਹੋ ਜਾਈਦਾ, ਜਿੱਥੇ ਨਾ ਜਨਮ ਨਾ ਮਰਨ, ਉਹ ਰੁਤਬਾ, ਉਹ ਪਦਵੀ। ਸ਼ਬਦ ਨੂੰ ਸੁਣ ਕੇ ਅੰਦਰ ਦਾ ਜੋ ਝਗੜਾ ਸੀਗਾ ਆਤਮਾ ਦਾ ਤੇ ਵਿਕਾਰਾਂ ਦਾ, ਉਹ ਖਤਮ ਹੋ ਗਿਆ। ਬਾਣੀ ਸ਼ਾਂਤੀ ਬਖਸ਼ਦੀ। ਆਪਾਂ ਸ਼ਾਂਤ ਬੈਠੇ ਹਾਂ, ਇਹ ਬਾਣੀ ਦਾ ਹੀ ਅਸਰ ਹੈ ਨਾ। ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਹਰ ਵਕਤ ਸ਼ਬਦ ਨਾਲ ਜੁੜੇ ਰਹੀਏ। ਸਾਹਿਬ ਕਹਿੰਦੇ ਅੱਠੇ ਪਹਿਰ ਇੱਕ ਤੈ ਲਿਵੇ। ਹਰ ਵਕਤ ਹਿਰਦੇ ਵਿੱਚ ਸ਼ਬਦ ਨੂੰ ਵਸਾ ਕੇ ਰੱਖੀਏ, ਜ਼ਿਹਨ ਵਿੱਚ ਸ਼ਬਦ ਚੱਲਦਾ ਰਹੇ। ਕੰਮ ਵੀ ਕਰੀਏ, ਕਿਰਤ ਕਰਨੀ ਹੈ, ਕਿਰਤ ਨਹੀਂ ਛੱਡਣੀ। ਸਤਿਗੁਰਾਂ ਨੇ ਸਾਨੂੰ ਕਿਰਤੀਆਂ ਦਾ ਕਿਰਤੀ ਬਣਾਇਆ। ਇਹ ਸਿੱਖ ਧਰਮ ਨੂੰ ਕਿਰਤੀਆਂ ਦਾ ਧਰਮ ਕਿਹਾ ਜਾਂਦਾ ਹੈ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਜ। ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਮਾਇਆ ਦੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਮਾਇਆ ਕਮਾਉਣੀ ਵੀ ਬੁਰਾਈ ਨਹੀਂ ਹੈ। ਮਾਇਆ ਕਮਾਉਣੀ ਬੁਰਾਈ ਨਹੀਂ ਹੈ। ਧਨ ਇਕੱਠਾ ਕਰਨਾ ਕੋਈ ਬੁਰਾਈ ਨਹੀਂ ਹੈ। ਬੁਰਾਈ ਉਦੋਂ ਬਣਦਾ ਹੈ ਇਹ ਧਨ, ਇਹ ਮਾਇਆ, ਜਦੋਂ ਇਸ ਮਾਇਆ ਨੂੰ ਦੇਖ ਕੇ, ਇਸ ਧਨ ਨੂੰ ਦੇਖ ਕੇ ਅਸੀਂ ਪ੍ਰਮਾਤਮਾ ਨੂੰ ਭੁੱਲ ਜਾਈਏ। ਇਸੇ ਕਰਕੇ ਸਤਿਗੁਰਾਂ ਨੇ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਹੇ ਮੇਰੇ ਮਾਲਕ, ਮੈਨੂੰ ਦੁਨੀਆ ਦੀ ਹਰ ਦਾਤ ਬਖਸ਼ਿਸ਼ ਕਰ ਦੇ, ਇੱਥੋਂ ਤੱਕ ਕਿ ਮੈਨੂੰ ਸੰਸਾਰ ਦਾ ਸੁਲਤਾਨ ਬਣਾ ਦੇ। ਪਰ ਮੇਰੀ ਏਕ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਵਹਿਣਾ। ਬਸ ਇੰਨੀ ਕਿਰਪਾ ਕਰੀ, ਜਿੰਨਾ ਮਰਜ਼ੀ ਮੈਨੂੰ ਵੱਡਾ ਬਣਾ ਦੇਵੀਂ, ਜਿੰਨਾ ਮਰਜ਼ੀ ਮੈਨੂੰ ਧਨ ਦੌਲਤ ਦੇ ਦੇਵੀਂ, ਸੰਸਾਰ ਦਾ ਮੈਂ ਸੁਲਤਾਨ ਬਣ ਜਾਵਾਂ, ਪਰ ਜੇ ਮੈਂ ਭੁੱਲ ਗਿਆ, ਤੇਰਾ ਨਾਮ ਵਿਸਰ ਗਿਆ, ਤੇ ਇਹ ਕਿਸੇ ਕੰਮ ਦਾ ਨਹੀਂ, ਸਭ ਵਿਅਰਥ ਹੈ। ਮਿਲ ਕੇ ਗਾਇਨ ਕਰੀਏ ਜੀ ਉਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਤੋਂ ਲੈ ਕੇ ਅੰਤ ਤੱਕ। ਔਰ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਨਹੀਂ, ਜਿੰਨੇ ਵੀ ਧਰਮ ਗ੍ਰੰਥ ਹਨ, ਸਾਰੇ ਧਰਮ ਗ੍ਰੰਥ ਮਨ ਦੀ ਸ਼ਾਂਤੀ ਵਾਸਤੇ ਉਹਨਾਂ ਵਿੱਚ ਉਚਾਰੇ ਹੋਏ ਵਚਨ। ਚਾਹੇ ਵੇਦ ਪੜ੍ਹੋ, ਸ਼ਾਸਤਰ ਪੜ੍ਹੋ, ਉਪਨਿਸ਼ਦ ਪੜ੍ਹੋ, ਪੁਰਾਣ ਪੜ੍ਹੋ, ਬਾਈਬਲ ਪੜ੍ਹੋ, ਰਾਮਾਇਣ ਪੜ੍ਹੋ, ਕੁਛ ਵੀ ਪੜ੍ਹੋ, ਧਰਮ ਗ੍ਰੰਥਾਂ ਦੇ ਵਿੱਚ ਮਨ ਨੂੰ ਸ਼ਾਂਤੀ ਕਿਵੇਂ ਆਵੇ, ਇਹ ਉਪਦੇਸ਼ ਹੈ। ਸਾਹਿਬ ਕਹਿੰਦੇ ਇਹ ਪੜ੍ਹਾਈ ਵੀ ਇੱਦਾਂ ਦੀ ਵੀ ਨਹੀਂ ਚਾਹੀਦੀ ਵੀ ਜਿਹਦੇ ਨਾਲ ਤੁਸੀਂ ਪੜ੍ਹ ਲਿਆ, ਗਿਆਨ ਇਕੱਠਾ ਕਰ ਲਿਆ, ਤੇ ਉਸ ਪੜ੍ਹਾਈ ਦੇ ਨਾਲ ਲੋਕਾਂ ਨਾਲ ਲੜਦੇ ਫਿਰੋ। ਪੜ੍ਹਾਈ ਗਿਆਨ ਇਸ ਕਰਕੇ ਚਾਹੀਦਾ ਹੈ ਕਿ ਸ਼ਾਂਤੀ ਆਵੇ।
शांति वास्ते गुरु का शब्द सानू शांति बख्शता। मिल के कहने की जल न बुझी शीतल होए मनो, जल न बुझी शीतल होए मनो, सतगुर का दर्शन पाए जियो। जल न बुझी शीतल होए मनो, सतगुर का दर्शन पाए जियो। अमृत बाणी हर हर तेरी, सुन सुन होवे परम गत मेरी। अमृत बाणी हर हर तेरी, सुन सुन होवे परम गत मेरी। अमृत बाणी सुख पया दुख दूर पराना, सुख पया दुख दूर पराना। संत रसन हर नाम वगाना, जल थल नीर पर सरसों पर, बिरता कोई न जाए जियो। अमृत बाणी जी हर हर तेरी, सुन सुन होवे परम गत मेरी। अमृत बाणी हर हर तेरी, सुन सुन होवे परम गत मेरी। अमृत दया तारी तिन सिरजनहारे, दया तारी तिन सिरजनहारे। जी जंत सगले प्रतिवारे, मेहरबान कृपाल दयाला, सगले त्रिपुत अगाए जियो। अमृत बाणी हर हर तेरी, सुन सुन परम गत मेरी।
हर हर तेरी सुन सुन होवे परम गत मेरी अमृत बाणी। वाण तृण त्रिपावण कीटो न हरिया। वाण तृण त्रिपावण कीटो न हरिया। करण खिन पीतर करया। गुरमुख नानक तिसे आराधे। मन की आस पुजाए जीव अमृत बाणी। हर हर तेरी सुन सुन होवे परम गत मेरी अमृत बाणी। हर हर तेरी सुन सुन होवे परम गत मेरी अमृत बाणी। गुरु प्यारे, एक अपने अंदर संकल्प बना के इस पंक्ति ਨੂੰ गाओ कि मैं शांत हो रहा। संकल्प बना के ਹਨੇਰੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ। ਹਨੇਰੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ, ਪਰ ਇੱਕ ਐਸਾ ਹਨੇਰਾ ਹੈ ਜੇ ਉਹ ਹਨੇਰਾ ਨਾ ਹੋਵੇ ਤੇ ਦਿਖਾਈ ਨਹੀਂ ਦਿੰਦਾ। ਉਸ ਹਨੇਰੇ ਤੋਂ ਬਗੈਰ ਦਿਖਾਈ ਨਹੀਂ ਦਿੰਦਾ। ਹਨੇਰੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ, ਪਰ ਇੱਕ ਐਸਾ ਅੰਧੇਰਾ ਹੈ, ਐਸਾ ਹਨੇਰਾ ਹੈ ਜੇ ਹਨੇਰਾ ਨਾ ਹੋਵੇ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ। ਬਾਹਰਲੀ ਅੱਖ ਹਨੇਰਾ ਬਰਦਾਸ਼ਤ ਨਹੀਂ ਕਰਦੀ। ਬਾਹਰਲੀ ਅੱਖ ਹਨੇਰੇ ਵਿੱਚੋਂ ਕੋਈ ਵਸਤੂ ਲੱਭਣ ਵਾਸਤੇ ਉਸ ਨੂੰ ਔਖਿਆਈ ਹੁੰਦੀ ਹੈ, ਅਸਮਰੱਥ ਹੋ ਜਾਂਦੀ ਇਹ ਅੱਖ। ਹਨੇਰੇ ਦੇ ਵਿੱਚ ਬੰਦਾ ਠੋਕਰਾਂ ਖਾਂਦਾ, ਪਰ ਜਦੋਂ ਅਸੀਂ ਆਪੇ ਦੀ ਖੋਜ ਕਰਨੀ ਹੋਵੇ, ਜਦੋਂ ਆਪਣੇ ਆਪ ਨੂੰ ਲੱਭਣਾ ਹੋਵੇ, ਇਸ ਅੱਖ ਨੂੰ ਬੰਦ ਕਰੋਗੇ, ਬੰਦ ਕਰਦੇ ਸਾਰ ਹੀ ਅੰਦਰ ਦੀ ਅੱਖ ਖੁੱਲ੍ਹ ਜਾਵੇਗੀ। ਉੱਥੇ ਹਨੇਰਾ ਦਿਖਾਈ ਦੇਵੇਗਾ, ਪਰ ਉਸ ਹਨੇਰੇ ਵਿੱਚ ਸਭ ਕੁਝ ਦਿਖਾਈ ਦੇਵੇਗਾ। ਕਿਉਂਕਿ ਅਨੁਭਵ ਉਦੋਂ ਹੀ ਹੋਏਗਾ ਜਦੋਂ ਅਸੀਂ ਬਾਹਰਲੀ ਅੱਖ ਬੰਦ ਕਰਾਂਗੇ। ਇੱਕ ਪ੍ਰੈਕਟਿਸ ਹੈ, ਤੁਸੀਂ ਕਰਕੇ ਦੇਖ ਲਿਓ, ਰੋਜ਼ ਪ੍ਰੈਕਟਿਸ ਕਰਿਓ। ਰੋਜ਼ ਦੇ ਅਭਿਆਸ ਦੇ ਨਾਲ ਤੁਹਾਨੂੰ ਇੱਕ ਦਿਨ ਆਪਣਾ ਅੰਦਰ ਵਾਲਾ ਦਿਖਾਈ ਦੇਣਾ ਸ਼ੁਰੂ ਕਰ ਦੇਗਾ। ਤੁਸੀਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿਓਗੇ। ਤੁਹਾਡੇ ਅੰਦਰ ਸਾਹ ਚੱਲਦਾ, ਇਹ ਵੀ ਦੇਖਣਾ ਸ਼ੁਰੂ ਕਰ ਦਿਓਗੇ। ਤੁਹਾਨੂੰ ਪਤਾ ਲੱਗੇਗਾ ਮੇਰਾ ਸਾਹ ਅੰਦਰ ਜਾ ਰਿਹਾ, ਮੇਰਾ ਸਾਹ ਬਾਹਰ ਆ ਰਿਹਾ। ਉਹ ਦਿਖਾਈ ਦੇਵੇਗਾ, ਆਉਂਦਾ ਜਾਂਦਾ ਦਿਖਾਈ ਦੇਵੇਗਾ। ਇੱਕ ਦਿਨ ਐਸਾ ਆਵੇਗਾ ਜਿਸ ਦੇ ਨਾਲ ਇਹ ਸਰੀਰ ਚੱਲ ਰਿਹਾ ਹੈ, ਉਸ ਨੂੰ ਆਪਾਂ ਆਤਮਾ ਆਖਦੇ ਹਾਂ। ਆਤਮਾ ਨਜ਼ਰ ਆਉਣੀ ਸ਼ੁਰੂ ਹੋ ਜਾਵੇ। ਉਸ ਹਨੇਰੇ ਵਿੱਚੋਂ ਲੱਭੇਗਾ, ਪਰ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਵੀ ਰੋਸ਼ਨੀ ਦੀ ਜ਼ਰੂਰਤ ਹੈ। ਉਸ ਹਨੇਰੇ ਵਿੱਚ ਸਭ ਕੁਝ, ਪਰ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਰੋਸ਼ਨੀ ਦੀ ਜ਼ਰੂਰਤ ਹੈ। ਅੰਧਿਆਰੇ
दीपक चाहिए, एक वस्त अगोचर लहीए। एक वस्त अगोचर लईए, हनेरा होवे उत्थे रोशनी की जरूरत है, दीवा चाहिए। इत्थे जदों तुसी अंतर आत्मे झाती मारोगे हनेरा दिखाई देगा, पर जदों गुरु का शब्द अंदर दीवा बना के जलाओगे सब कुछ दिखाई देना शुरू कर देगा। मेरा ख्याल मेरी गल नूं समझ लिया होगा तुसीं जरूर। अंदर वाले नूं हनेरे नूं दूर करने वास्ते गुरु का शब्द चाहिए। गुरु का बचन चाहिए, ये अमृत बाणी की जरूरत है। गुरु रहमत करे, गुरु की गल सानू समझ पै जाए। पढ़ना, ज्ञान हासिल करना ये बहुत उरे की गल है, नेड़े की गल है, बड़ी सौखी गल है। आपां पढ़े लिखे हाँ, 4 किताबां पढ़ लवांगे ज्ञान हासिल हो जाएगा। गुरु ग्रंथ साहिब की बाणी भी आपां पढ़ लवांगे, वेद शास्त्र भी आपां पढ़ लवांगे, ज्ञान हासिल हो जाएगा। पर ज्ञान हासिल करना तो जानना दो अलग अलग गल्लां। ज्ञानी ज्ञान दीयां गल्लां करन वाला, पर जानना कुछ होर गल है। एक बहुत वड्डा गड्ढा भर के लिया, कहंदा जी मैं किताबां लिखियां हैं, ये मेरियां लिखियां हुई किताबां हैं। गुरु नानक देव जी हस पे, कहंदा जी हसे क्यों? देखो मैं इन्नियां वड्डियां किताबां लिखियां, सारी जिंदगी मेरी लग गई इस ते, गड्ढा भरिया होया। गुरु साहब कहन लगे ये ज्ञान का गड्ढा नहीं भरिया तेरा, एवें बोझ पाया होया, दिमाग का बोझ है। पढ़ पढ़ गड्डी लदीए, पढ़ पढ़ भरीए साथ, पढ़ पढ़ बेड़ी पाईए, पढ़ पढ़ गड्डीए खात। तो अखीर च गल सतगुरां ने मुकाई, कहंदे नानक लेखे एक गल होर हौमै चखना चाक। जिस ज्ञान दे विच हंकार है, हौमै है, वेद कितेब इफ्तरा भाई दिल का फिक्र ना जाए। वेदां किताबां दा ज्ञान दिल का सहम नहीं दूर कर सकता। उहदे वास्ते तो एक शब्द ही बहुत है, दिल का फिक्र दूर करने वास्ते, सहम दूर करने वास्ते, परमात्मा के नाल मिलाप वास्ते एक शब्द ही बहुत है। उस तो वड्डा होर कोई ज्ञान ही नहीं संसार विच। तो गुरु प्यारे, मैं केवल इन्नी बेनती करने, अंदर अपने संकल्प बना के अनुभव करो कि मैं गुरु का शब्द सुन के शांत हो रहा। इस पंक्ति में आप मिल के गावांगे, बाहरली अख बंद करके अंतर आत्मे गावांगे, शांति आएगी और उसनूं तुसीं सारा दिन माणोगे, सारा दिन तुसीं माणोगे। जदों अंतरात्मे आपां उसनूं संकल्प बना के कि मैं शांत हो रहा हाँ। योग की दुनिया दे विच लोग जिहड़े योग नाल संबंध रखते हैं, वो अपने शरीर दे नाल संकल्प बना के शरीर नाल चलते हैं। योग निंद्रा दे विच वो अपने शरीर नूं आर्डर करते हैं, हुक्म करते हैं और शरीर सुन्न हो जाता। और एक संकल्प बनाते हैं कि मैं शरीर करके तंदुरुस्त हाँ, पैरों तो लैके सिर की चोटी तक वो एक संकल्प बनाते हैं और सचमुच वो शांत हो जाते हैं, तंदुरुस्त हो जाते हैं, थकावट उतर जाती है। संकल्प के नाल ही शरीर को सुन्न करते हैं, संकल्प के नाल ही उन्हों का शरीर तंदुरुस्त होंदा।
सो एक संकल्प बना के अनुभव करना अपने अंदर कि मैं गुरु का शब्द सुन रहा, मैं कीर्तन सुन रहा, मैं कीर्तन कर रहा, मेरे अंदर शांति है, मैं शांत हो रहा, मेरे अंदर की जलन सचमुच बुझ गई है। आओ जी मिल के गान करें। जलन बुझी शीतल होए मनवा, 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 सतगुर का दर्शन पाए जियो, सतगुर का दर्शन पाए जियो, जलन बुझी शीतल होए मनवा, सतगुर का दर्शन पाए जियो, अमृत बाणी हर हर तेरी, सुन सुन होवे परम गत मेरी, अमृत बाणी हर हर तेरी, सुन सुन होवे परम गत मेरी, अमृत बाणी हर हर तेरी, सुन सुन होवे परम गत मेरी, अमृत बाणी हर हर तेरी, सुन सुन होवे परम गत मेरी, अमृत बाणी जी हर हर सुन सुन होवे परम गत मेरी, अमृत बाणी अमृत बाणी अमृत बाणी। हर मनुख अपने आप नूं इकल्ला समझदा है, कोई दूसरा होवे ते तां अपने आप नूं समझदा कि कोई मेरे नाल है। पर एक गल याद रखना, ये मनुख कदे भी इकल्ला नहीं हुंदा। हर वक्त दो जने रहिंदे हन, हर वक्त दो जाने इकट्ठे रहिंदे। मैं उदाहरण दे के समझाउण की कोशिश करांगा। मैं आखदा हाँ ये मेरा हाथ है, ये मेरा हाथ है, ये मेरे पैर हैं, ये मेरा शरीर है। इसका मतलब दो जने हुए ना जी, एक शरीर ते एक कहने वाला कि ये मेरा शरीर है, ये मेरा हाथ है, ये मेरे पैर हैं। ध्यान देना मेरी बेनती वाल। एक तो शरीर हो गया, मेरा शरीर है, पर कोई भी कह रहा है ना मेरा शरीर है, जेड़ा कह रहा है मेरा शरीर है वो दूसरा है।
ਆਪਾਂ ਆਖਦੇ ਹਾਂ ਇਹ ਮੇਰਾ ਮਿੱਤਰ ਹੈ। ਜਦੋਂ ਦੋ ਜਣੇ ਨਾ, ਦੋ ਜਣੇ ਆਪਸ ਵਿੱਚ ਇਕੱਠੇ ਹੋਏ, ਇੱਕ ਇੰਟਰੋਡਕਸ਼ਨ ਆਪਾਂ ਕਿਸੇ ਨੂੰ ਕਰਾਉਂਦੇ, ਇਹ ਮੇਰਾ ਮਿੱਤਰ ਹੈ। ਜਦੋਂ ਮੈਂ ਦੋ ਜਣੇ, ਦੂਸਰੇ ਦੀ ਇੰਟਰੋਡਕਸ਼ਨ ਹੋ ਰਹੀ ਨਾ। ਜਦੋਂ ਅਸੀਂ ਆਪਣੇ ਸਰੀਰ ਦੀ ਗੱਲ ਕਰਦੇ ਹਾਂ, ਇਹ ਮੇਰਾ ਸਰੀਰ ਹੈ, ਇਹ ਮੇਰਾ ਸਿਰ ਹੈ, ਇਹ ਮੇਰੀਆਂ ਅੱਖਾਂ ਹਨ, ਇਹ ਮੇਰੇ ਨੱਕ ਹੈ, ਇਹ ਮੇਰੇ ਕੰਨ ਹਨ, ਇਸ ਦਾ ਮਤਲਬ ਕੋਈ ਦੂਸਰਾ ਵੀ ਹੈ। ਉਹ ਦੂਸਰੇ ਨੂੰ ਕਹਿੰਦੇ ਹਨ ਆਤਮਾ। ਇਹ ਮੈਂ ਸ਼ਬਦ ਉਹਦੇ ਨਾਲ ਜੁੜਿਆ ਹੋਇਆ। ਮੈਂ ਆਤਮਾ ਤੇ ਸਰੀਰ ਦੋ ਇਕੱਠੇ ਰਹਿੰਦੇ ਹਨ। ਮੇਰੇ ਸਰੀਰ ਦੇ ਵਿੱਚ ਜਦੋਂ ਆਤਮਾ ਅਲੱਗ ਹੋ ਜਾਏਗੀ, ਇਹ ਇਕੱਲਾ ਹੋਏਗਾ, ਪਰ ਇਹਦੇ ਵਿੱਚ ਹਰਕਤ ਕੋਈ ਨਹੀਂ ਹੋਏਗੀ, ਕਿਉਂਕਿ ਇਸ ਸਰੀਰ ਦੇ ਅੰਦਰ ਹਰਕਤ ਉਦੋਂ ਤੱਕ ਰਹੇਗੀ ਜਦ ਤੱਕ ਦੂਸਰਾ ਰਹੇਗਾ। ਇਸ ਸਰੀਰ ਦੇ ਅੰਦਰ ਹਰਕਤ ਤਦ ਤੱਕ ਹੀ ਰਹੇਗੀ ਜਦ ਤੱਕ ਇਸ ਦੇ ਨਾਲ ਦੂਸਰਾ ਰਹੇਗਾ। ਜਦੋਂ ਦੂਸਰਾ ਨਿਕਲ ਗਿਆ, ਇਹ ਇਕੱਲਾ ਹੋ ਜਾਏਗਾ। ਉਸ ਦਿਨ ਆਪਾਂ ਕਹਾਂਗੇ ਮੈਂ ਇਕੱਲਾ, ਪਰ ਉਦੋਂ ਕਹਿਣ ਦੀ ਸਮਰੱਥਾ ਨਹੀਂ ਹੋਵੇਗੀ, ਕਿਉਂਕਿ ਕਹਿਣ ਵਾਲਾ ਤਾਂ ਵਿੱਚ ਹੈ ਹੀ ਨਹੀਂ। ਜਿਸ ਨੇ ਕਹਿਣਾ ਸੀ ਮੈਂ ਹਾਂ। ਸੋ ਗੁਰੂ ਪਿਆਰਿਓ, ਜਦੋਂ ਵੀ ਆਪਾਂ ਗੁਰਮਤਿ ਸਮਾਗਮ ਵਿੱਚ ਜਾਣਾ, ਗੁਰਦੁਆਰੇ ਵਿੱਚ ਆਉਣਾ ਜਾਂ ਬਾਣੀ ਨਾਲ ਜੁੜਨਾ, ਉਦੋਂ ਆਪਣੇ ਨਾਲ ਦੋ ਗੱਲਾਂ ਜ਼ਰੂਰ ਕਰਕੇ ਆਉਣਾ। ਭਗਤ ਨਾਮਦੇਵ ਜੀ ਆਪਣੇ ਨਾਲ ਇੱਕ ਗੱਲ ਕਰ ਰਹੇ ਹਨ। ਚੱਲ ਰਹੀ ਤੁਝੇ ਬੈਕੁੰਠ ਲਿਆ ਧਰਮ, ਚੱਲ ਰਹੀ ਆਤਮਾ ਨੂੰ ਕਿਹਾ ਤੈਨੂੰ ਮੈਂ ਬੈਕੁੰਠ ਲੈ ਚੱਲਾਂ, ਪਰ ਇੱਕ ਨਾਲ ਝਿੜਕ ਵੀ ਮਾਰੀ, ਕਹਿੰਦੇ ਹਿਚੇ, ਜੇ ਜਰਾ ਵੀ ਕਿਤੇ ਹਰਕਤ ਕੀਤੀ, ਹਿਚਕਚਾਈ, ਪ੍ਰੇਮ ਕੇ ਚਾਬਕ ਮਾਰੂ। ਜੇ ਮੇਰੀ ਆਤਮਾ ਤੂੰ ਜਰਾ ਵੀ ਹਿਚਕਚਾਈ ਕਿ ਮੈਂ ਗੁਰਦੁਆਰੇ ਨਹੀਂ ਜਾਣਾ, ਮੈਂ ਉਸ ਪਰਮਾਤਮਾ ਨਾਲ ਨਹੀਂ ਜੁੜਨਾ, ਤਾਂ ਮੈਂ ਤੁਹਾਨੂੰ ਚਾਬਕ ਮਾਰਾਂਗਾ। ਜਿਵੇਂ ਘੋੜੀ ਨੂੰ ਕੰਟਰੋਲ ਕਰਨ ਵਾਸਤੇ, ਕਾਬੂ ਕਰਨ ਵਾਸਤੇ ਉਸ ਨੂੰ ਚਾਬਕ ਮਾਰੇ ਜਾਂਦੇ ਹਨ ਘੋੜੇ। ਪਰ ਇੱਥੇ ਨਾਮਦੇਵ ਜੀ ਕਹਿੰਦੇ ਮੈਂ ਤੈਨੂੰ ਪ੍ਰੇਮ ਦੇ ਚਾਬਕ ਮਾਰਾਂਗਾ। ਹਿਚੇ ਤਾਂ ਪ੍ਰੇਮ ਕੇ ਚਾਬਕ ਮਾਰੂ। ਆਪਣੇ ਨਾਲ ਪਹਿਲਾਂ ਪਿਆਰ ਕਰਨਾ ਹੈ। ਪ੍ਰੇਮ ਤੋਂ ਬਗੈਰ, ਪਿਆਰ ਤੋਂ ਬਿਨਾਂ ਅਸੀਂ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਬੜੀ ਬੁਲੰਦ ਆਵਾਜ਼ ਦੇ ਵਿੱਚ ਆਖਿਆ, ਸਾਚ ਕਹੂੰ ਸੁਣ ਲਿਓ ਸਭੈ, ਉਹ ਦੁਨੀਆ ਦੇ ਲੋਕੋ ਸੁਣ ਲਓ, ਮੈਂ ਸੱਚੀ ਗੱਲ ਸੁਣਾਵਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਪ੍ਰੇਮ ਕਰੋ। ਕਿਹਨੂੰ? ਪਹਿਲਾਂ ਆਪਣੇ ਆਪ ਨੂੰ ਕਰਾਂਗੇ ਤਾਂ ਹੀ ਕਿਸੇ ਦੂਸਰੇ ਨੂੰ ਕਰਾਂਗੇ ਨਾ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਉਹ ਦੂਸਰੇ ਨੂੰ ਕਦੇ ਵੀ ਨਹੀਂ ਕਰ ਸਕਦਾ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਉਹ ਦੂਸਰੇ ਨੂੰ ਵੀ ਨਹੀਂ ਕਦੇ ਕਰ ਸਕਦਾ ਪਿਆਰ। ਜਿਸ ਬੰਦੇ ਨੂੰ ਘਰ ਦੇ ਵਿੱਚੋਂ ਪਿਆਰ ਨਹੀਂ ਮਿਲਦਾ, ਜਿਹੜਾ ਬੰਦਾ ਆਪਣੇ ਘਰ ਵਿੱਚ ਪਿਆਰ ਨਹੀਂ, ਆਪਣੇ ਜੀਵਾਂ ਨਾਲ ਪਿਆਰ ਨਹੀਂ ਕਰਦਾ, ਆਪਣੇ ਜੰਮਿਆਂ ਨਾਲ ਪਿਆਰ ਨਹੀਂ ਕਰਦਾ, ਉਹ ਕਦੇ ਵੀ ਬਾਹਰੋਂ ਪਿਆਰ ਨਹੀਂ ਲੈ ਸਕਦਾ। ਹਾਂ, ਸਰਦਾਰੀ ਦਾ ਰੋਹਬ ਜ਼ਰੂਰ ਹੋ ਸਕਦਾ ਕਿਤੇ ਆਸੇ-ਪਾਸੇ ਮਹੱਲੇ ਦੇ ਲੋਕਾਂ ਵਿੱਚ, ਗਲੀ ਦੇ ਲੋਕਾਂ ਵਿੱਚ, ਕਿਸੇ ਪ੍ਰਾਂਤ ਦੇ ਲੋਕਾਂ ਵਿੱਚ, ਕਿਸੇ ਦੇਸ਼ ਦੇ ਲੋਕਾਂ ਦੇ ਵਿੱਚ। ਜੋ ਆਪਣੇ ਘਰ ਵਿੱਚ ਮੁਹੱਬਤ ਨਹੀਂ ਕਰਦਾ ਆਪਣੇ ਬੱਚਿਆਂ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ, ਤੇ ਯਾਦ ਰੱਖਣਾ ਉਹ ਕਿਸੇ ਨੂੰ ਵੀ ਪਿਆਰ ਨਹੀਂ ਕਰਦਾ। ਜਿਹੜਾ ਬੰਦਾ ਆਪਣੇ ਨਾਲ ਪਿਆਰ ਨਹੀਂ ਕਰਦਾ, ਉਹ ਦੂਸਰੇ ਨੂੰ ਕਰ ਹੀ ਨਹੀਂ ਸਕਦਾ ਕਿਤੇ। ਜਿਸ ਬੰਦੇ ਨੂੰ ਇਹ ਨਹੀਂ ਗਿਆਨ ਕਿ ਮੈਂ ਤੇ ਮੇਰੇ ਨਾਲ ਕੋਈ ਹੋਰ ਵੀ ਰਹਿੰਦਾ, ਮੈਂ ਉਸ ਨੂੰ ਪਿਆਰ ਕਰਨਾ। ਨਾਮਦੇਵ ਜੀ ਕਹਿੰਦੇ ਚੱਲ ਮੈਂ ਤੈਨੂੰ ਬੈਕੁੰਠ ਲੈ ਕੇ ਚੱਲਾਂ। ਜਦੋਂ ਵੀ ਪਰਮਾਤਮਾ ਦੀ ਬੰਦਗੀ ਨਾਲ ਜੁੜਨਾ, ਆਪਣੀ ਆਤਮਾ ਦੇ ਨਾਲ, ਆਪਣੇ ਸਰੀਰ ਦੇ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ। ਚੱਲ ਆਪਾਂ ਘੜੀ ਦੀ ਘੜੀ ਸਤਸੰਗ ਵਿੱਚ ਚਲੀਏ। ਸਤਸੰਗ ਦਾ ਮਤਲਬ ਇਹ ਨਹੀਂ ਕਿ ਜਿੱਥੇ ਇਕੱਠ ਹੋਵੇ ਉੱਥੇ ਹੀ ਜਾਣਾ। ਖਿਮਾ ਕਰਨਾ, ਮੈਂ ਹੋ ਸਕਦਾ ਸੱਚ ਕੌੜਾ ਹੋਵੇ, ਇਹ 'ਚ ਨੁਕਸ ਹੈ ਨਾ ਸੱਚ ਵਿੱਚ।
ਇਮਾਰਤਾਂ ਦੇ ਵਿੱਚ ਪਰਮਾਤਮਾ ਨਹੀਂ ਰਹਿੰਦਾ। ਮਨੁੱਖ ਦੀ ਬਣਾਈ ਕਿਸੇ ਇਮਾਰਤ ਵਿੱਚ ਪਰਮਾਤਮਾ ਨਹੀਂ ਰਹਿੰਦਾ। ਇਹ ਗੱਲ ਯਾਦ ਰੱਖਿਓ। ਮਨੁੱਖ ਦੀ ਬਣਾਈ ਹੋਈ ਕਿਸੇ ਵੀ ਇਮਾਰਤ ਦੇ ਵਿੱਚ ਪਰਮਾਤਮਾ ਨਹੀਂ ਰਹਿੰਦਾ। ਪਰਮਾਤਮਾ ਉੱਥੇ ਰਹਿੰਦਾ ਹੈ, ਉਸ ਇਮਾਰਤ ਵਿੱਚ ਰਹਿੰਦਾ ਹੈ ਜਿਹੜੀ ਉਸਨੇ ਆਪ ਬਣਾਈ ਹੈ। ਗੁਰਬਾਣੀ ਦਾ ਬਚਨ ਪੜ੍ਹ ਕੇ ਦੇਖੀਏ। ਪਰਮਾਤਮਾ ਨੇ ਆਪਣੇ ਆਪ ਦੀ ਸਿਰਜਣਾ ਕੀਤੀ, ਫਿਰ ਉਸਨੇ ਆਪਣੇ ਨਾਮ ਦੀ ਸਿਰਜਣਾ ਕੀਤੀ, ਫਿਰ ਉਸਨੇ ਕੁਦਰਤ ਦੀ ਸਿਰਜਣਾ ਕੀਤੀ ਜਿਸ ਦਾ ਹਿੱਸਾ ਆਪਾਂ, ਤੇ ਫਿਰ ਉਸਨੇ ਆਪਣਾ ਜਿਹੜਾ ਰਹਿਣ ਦੀ ਥਾਂ ਬਣਾਈ ਉਹ ਉਸਨੇ ਇਸ ਕੁਦਰਤ ਵਿੱਚ ਬਣਾਈ, ਕਿਸੇ ਬਿਲਡਿੰਗ ਵਿੱਚ ਨਹੀਂ, ਨਾ ਲੱਭਣ ਦੀ ਜ਼ਰੂਰਤ ਹੈ, ਕਿਸੇ ਇਮਾਰਤ ਵਿੱਚ ਨਹੀਂ। ਬਾਣੀ ਕਹਿ ਰਹੀ ਹੈ, ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਉਸਨੇ ਆਪਣੀ ਸਿਰਜਣਾ ਕੀਤੀ, ਆਪਣੇ ਨਾਮ ਦੀ ਸਿਰਜਣਾ ਕੀਤੀ, ਉਸਨੇ ਕੁਦਰਤ ਦੀ ਸਿਰਜਣਾ ਕੀਤੀ ਤੇ ਫਿਰ ਵਿੱਚ ਬੈਠ ਗਿਆ। ਜਿਹੜੀ ਉਸਨੇ ਵਸਤੂ ਬਣਾਈ ਹੈ, ਆਪ ਜਿਸ ਦੀ ਸਿਰਜਣਾ ਕੀਤੀ, ਪਰਮਾਤਮਾ ਉੱਥੇ ਰਹਿੰਦਾ ਹੈ। ਮਨੁੱਖ ਦੀ ਬਣਾਈ ਹੋਈ ਕਿਸੇ ਬਿਲਡਿੰਗ ਦੇ ਅੰਦਰ ਨਹੀਂ ਰਹਿੰਦਾ। ਇਹ ਜਿਤਨੇ ਵੀ ਧਰਮ ਸਥਾਨ ਹਨ, ਇਹ ਮਨੁੱਖਾਂ ਦੇ ਆਪ ਵਿੱਚ ਬੈਠਣ ਵਾਸਤੇ, ਆਪਸ ਵਿੱਚ ਵਿਚਾਰਾਂ ਕਰਨ ਵਾਸਤੇ ਸਥਾਨ ਹਨ, ਤੇ ਵਿਚਾਰ ਵੀ ਪਰਮਾਤਮਾ ਦੇ ਨਾਮ ਦੀ ਕਰਨੇ। ਖਿਮਾ ਕਰਨਾ, ਹੁਣ ਤਾਂ ਜਿੱਥੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨੀ ਸੀ, ਸ਼ਾਇਦ ਉੱਥੋਂ ਜ਼ਿਆਦਾ ਝਗੜੇ ਉੱਠਦੇ ਹਨ, ਉੱਥੋਂ ਦੂਰੀਆਂ ਮਨੁੱਖਾਂ ਦੀਆਂ ਜ਼ਿਆਦਾ ਹੋ ਰਹੀਆਂ ਹਨ, ਉੱਥੋਂ ਨਫ਼ਰਤ ਜ਼ਿਆਦਾ ਨਿਕਲ ਰਹੀ ਹੈ, ਉੱਥੋਂ ਘਿਰਣਾ ਜ਼ਿਆਦਾ ਨਿਕਲ ਰਹੀ ਹੈ, ਉੱਥੋਂ ਰਸਵਾਈਆਂ ਜ਼ਿਆਦਾ ਨਿਕਲ ਰਹੀਆਂ ਹਨ। ਜਿੰਨੇ ਧਰਮ ਸਥਾਨਾਂ ਦੇ ਵਿੱਚ ਝਗੜੇ ਹੋ ਰਹੇ ਹਨ, ਸ਼ਾਇਦ ਬਾਹਰ ਨਹੀਂ ਹੋ ਰਹੇ। ਮੈਂ ਗਲਤ ਵੀ ਹੋ ਸਕਦਾ, ਜੇ ਮੈਂ ਗਲਤ ਹਾਂ ਤਾਂ ਮੈਨੂੰ ਖਿਮਾ ਬਖਸ਼ ਦਿਓ, ਨਹੀਂ ਤਾਂ ਇਹ ਵਿਚਾਰਨ ਵਾਲੀ ਗੱਲ ਹੈ। ਸਤਿਗੁਰ ਬਖਸ਼ਿਸ਼ ਕਰੇ। ਮੈਂ ਬੇਨਤੀ ਕਰ ਰਿਹਾ ਸਾਂ ਕਿ ਅਸੀਂ ਦੋ ਜਣੇ ਹਰ ਵੇਲੇ ਇਕੱਠੇ ਰਹਿੰਦੇ ਹਾਂ। ਪਰਮਾਤਮਾ ਇਸ ਘਰ ਦੇ ਵਿੱਚ ਤੀਸਰੀ ਥਾਂ ਤੇ ਹੈ, ਕਿਉਂਕਿ ਉਸਨੇ ਸਰੀਰ ਸਾਜਿਆ, ਸਰੀਰ ਦੇ ਅੰਦਰ ਆਤਮਾ ਪਾਈ, ਇਸ ਸਰੀਰ ਨੂੰ ਆਪਣਾ ਘਰ ਬਣਾਇਆ। ਜਿੱਥੇ ਆਤਮਾ ਰਹਿ ਰਹੀ ਉੱਥੇ ਪਰਮਾਤਮਾ ਰਹਿ ਰਿਹਾ। ਮੈਂ ਪੰਕਤੀ ਸੁਣਾਈ ਆਪ ਨੂੰ, ਇੱਕੋ ਸੇਜ ਵਿਸ਼ੀ ਧਨ ਕੰਤਾ, ਇੱਥੇ ਰਹਿ ਰਿਹਾ ਹਿਰਦੇ ਵਿੱਚ। ਬਸ ਜਰਾ ਅੰਦਰ ਨੂੰ ਝਾਕਣ ਦੀ ਜ਼ਰੂਰਤ ਹੈ। ਲੰਬੀ ਪ੍ਰੈਕਟਿਸ ਤੋਂ ਬਾਅਦ ਹੋਏਗਾ, ਇਹ 2-4 ਦਿਨ ਦੀ ਖੇਡ ਨਹੀਂ ਹੈ। ਭਗਤ ਰਵਿਦਾਸ ਜੀ ਨੂੰ ਪੁੱਛ ਲਈਏ, ਉਹ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ। 1-2 ਦਿਨ ਦੀ ਗੱਲ ਨਹੀਂ। ਉਹ ਕਹਿੰਦੇ ਮੈਂ ਮਿਲਦਾ ਰਿਹਾ ਮੇਰੇ ਮਾਲਕ, ਮੈਂ ਤੈਨੂੰ ਮਿਲਿਆ ਪਰ ਫਿਰ ਵਿਛੜ ਜਾਣਾ, ਮਿਲਦਾ ਹਾਂ ਫਿਰ ਵਿਛੜ ਜਾਣਾ ਹਾਂ, ਪਰ ਮੈਂ ਇਸ ਵਾਰੀ ਜਿਹੜਾ ਤੂੰ ਮੈਨੂੰ ਜੀਵਨ ਬਖਸ਼ਿਆ ਹੈ, ਇਹ ਮੈਂ ਤੈਨੂੰ ਸਮਰਪਿਤ ਕੀਤਾ, ਹੁਣ ਨਾ ਮੇਰਾ ਵਿਛੋੜਾ ਪਵੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਮੈਂ ਤੇਰੇ ਲੇਖੇ ਵਿੱਚ ਲਾਤਾ। ਬਸ ਹੁਣ ਵਿਛੋੜਾ ਨਹੀਂ ਚਾਹੀਦਾ, ਤੇਰਾ ਮਿਲਾਪ ਹੀ ਚਾਹੀਦਾ। ਇੱਕ ਸ਼ਬਦ ਆਪਾਂ, ਤੁਸੀਂ ਕਾਲੇ ਤਾਂ ਨਹੀਂ, ਕੰਮਾਂ ਤੇ ਜਾਣਾ, ਦੁਕਾਨਾਂ ਖੋਲ੍ਹਣੀਆਂ ਹੋਣੀਆਂ, ਮੈਂ ਕੰਮ ਤੇ ਆਇਆ ਹਾਂ, ਤੁਸੀਂ ਜਾਣਾ ਕੰਮ ਤੇ। ਜੇ ਬੈਠੇ ਰਹੋਗੇ ਮੈਂ ਇੱਕ ਸ਼ਬਦ ਹੋਰ ਸੁਣਾ ਦਿੰਦਾ, ਨਹੀਂ ਤਾਂ ਮੈਂ ਸਮਾਪਤੀ ਕਰਦਾ। ਮੈਨੂੰ ਸੈਕਟਰੀ ਸਾਹਿਬ ਨੇ ਕਹਿ ਦਿੱਤਾ ਤੁਹਾਡਾ ਖੁੱਲ੍ਹਾ ਟਾਈਮ ਹੈ, 1.25 ਘੰਟਾ ਤਾਂ ਮੈਂ ਲਾਉਣਾ, ਇਹ ਤਾਂ ਮੇਰਾ ਹੱਕ। ਉੱਪਰ ਵਾਲਾ ਜਿਹੜਾ, ਉਹ ਤੁਹਾਡਾ ਮੇਰਾ ਪਿਆਰ ਸਾਂਝਾ, ਉਸ ਪਿਆਰ ਵਿੱਚ ਤੁਸੀਂ ਬੈਠੇ ਹੋਏ। ਇੱਕ ਸ਼ਬਦ ਆਪਾਂ ਮਿਲ ਜੁਲ ਕੇ ਹੋਰ ਗਾਇਨ ਕਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰੇ। ਇਹ ਜੋ ਬਾਣੀ ਹੈ, ਜਰਾ ਕੋ ਆਪਾਂ ਧਿਆਨ ਨਾਲ ਸੁਣੀਏ ਤੇ ਇੰਦ ਹਿਰਦੇ ਵਿੱਚ ਵਸਦੀ ਹੈ, ਜਿਵੇਂ ਨਿੰਮੀ ਨਿੰਮੀ ਛੋਟੀ ਛੋਟੀ ਬੂੰਦ ਦੀ ਬਾਰਿਸ਼ ਹੁੰਦੀ ਹੋਵੇ। ਉਹ ਜਿੱਥੇ ਪੈਂਦੀ ਹੈ ਉੱਥੇ ਜ਼ਮੀਨ ਦੇ ਵਿੱਚ ਧਸ ਜਾਂਦੀ ਹੈ। ਬਸ ਜਰਾ ਮਨ ਦੀ ਇਕਾਗਰਤਾ ਦੀ ਜ਼ਰੂਰਤ ਹੈ। ਮੈਂ ਜਦੋਂ ਇਕਾਗਰਤਾ ਦੀ ਗੱਲ ਕਰਦਾ, ਮੈਂ ਆਪ ਵੀ ਜਰਾ ਕਿਤੇ ਪਾਠ ਕਰਨ ਲੱਗਾ, ਅਜੇ ਗੁਟਕਾ ਫੜਿਆ ਨਹੀਂ, ਉਬਾਸੀਆਂ ਸ਼ੁਰੂ ਹੋ ਜਾਂਦੀਆਂ। ਚੰਗਾ ਭਲਾ ਸਰੀਰ ਨਹਾ ਧੋ ਕੇ ਬੈਠੀ ਦਾ, ਨਹਾਉਂਦੇ ਧੋਂਦਿਆਂ ਜਦੋਂ ਗੁਟਕਾ ਫੜ ਲਿਆ, ਉਦੋਂ ਕਦੇ ਇੱਥੇ ਖੁਰਕ ਹੋ ਗਈ, ਕਦੇ ਇੱਥੇ ਖੁਰਕ ਹੋ ਗਈ। ਉਬਾਸੀ ਤੇ ਝੱਟ ਆ ਜਾਂਦੀ ਨਾ, ਵੀ ਚਲੋ ਸੌਂ ਜੀ, ਪਹਿਲਾਂ ਪਾਠ ਫੇਰ ਕਰ ਲਾਂਗੇ। ਪਰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ। ਮੈਂ ਆਪ ਨੂੰ ਬੇਨਤੀ ਕਰਦਿਆਂ,
ਜਦੋਂ ਅਸੀਂ ਇਕਾਗਰ ਹੁੰਦੇ ਹਾਂ ਧਿਆਨ ਵਾਸਤੇ, ਜਦੋਂ ਵੀ ਤੁਸੀਂ ਕਿਸੇ ਵੀ ਕੰਮ ਲਈ ਇਕਾਗਰ ਹੋਵੋਗੇ ਉਦੋਂ ਥੋੜ੍ਹੀ ਜਿਹੀ ਸੁਸਤੀ ਮਹਿਸੂਸ ਕਰੋਗੇ। ਦਰਅਸਲ ਉਹ ਸੁਸਤੀ ਨਹੀਂ ਹੈ, ਇਹ ਜੋ ਸਰਬ ਸ਼ਕਤੀਮਾਨ ਪਰਮਾਤਮਾ ਵਸ ਰਿਹਾ ਹੈ ਇੱਕ ਸ਼ਕਤੀ ਦੇ ਰੂਪ ਵਿੱਚ ਹੈ। ਜਦੋਂ ਤੁਸੀਂ ਉਹਦੇ ਵਿੱਚ ਧਿਆਨ ਧਰਨ ਵਾਸਤੇ ਬੈਠਦੇ ਹੋ ਉਹ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰਦੀ ਹੈ। ਜਦੋਂ ਅਸੀਂ ਬਾਣੀ ਨਾਲ ਜੁੜੀਏ, ਪਰਮਾਤਮਾ ਦੀ ਬੰਦਗੀ ਨਾਲ ਜੁੜੀਏ, ਇਕਾਗਰ ਚਿੱਤ ਹੋਈਏ, ਸੁਚੇਤ ਹੋਈਏ, ਉਦੋਂ ਉਹ ਸ਼ਕਤੀਆਂ ਜਿਹੜੀਆਂ ਹਨ, ਜਿਸ ਨੂੰ ਆਪਾਂ ਸ਼ਕਤੀਆਂ ਆਖਦੇ ਹਨ, ਉਹ ਨਹੀਂ ਜਿਹੜੀਆਂ ਜਾਦੂਗਰੀਆਂ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ। ਜਿਹੜਾ ਸਰਬ ਸ਼ਕਤੀਮਾਨ ਪਰਮਾਤਮਾ ਹਰ ਜ਼ਰੇ ਵਿੱਚ ਵਸ ਰਿਹਾ ਹੈ, ਜਦੋਂ ਤੁਸੀਂ ਇਕਾਗਰ ਹੋਵੋਗੇ, ਜਿਵੇਂ ਰੇਡੀਓ ਦਾ ਜਦੋਂ ਆਪਾਂ ਜਾਂ ਟੈਲੀਵਿਜ਼ਨ ਦਾ ਆਪਾਂ ਚੈਨਲ ਸੈੱਟ ਕਰਦੇ ਹਾਂ, ਚੈਨਲ ਸੈੱਟ ਕਰਦੇ ਹਾਂ, ਇਸੇ ਤਰ੍ਹਾਂ ਇਹ ਅਸੀਂ ਆਪਣੇ ਆਪ ਨੂੰ ਜਦੋਂ ਇਕਾਗਰ ਕਰਦੇ ਹਾਂ ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਇੱਕ ਚੈਨਲ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਨਾ, ਪਰ ਉਹ ਸਾਡਾ ਵਾਈਬਰੇਟ ਬਹੁਤ ਕਰ ਰਿਹਾ ਨਾ ਮਨ, ਕਿਉਂਕਿ ਵਾਤਾਵਰਨ ਨਹੀਂ ਸਾਡੇ ਅੰਦਰ ਦਾ। ਜਿੱਥੇ ਮੌਸਮ ਖਰਾਬ ਹੋਏਗਾ ਉੱਥੇ ਨਾ ਰੇਡੀਓ ਚੱਲਦਾ ਨਾ ਟੈਲੀਵਿਜ਼ਨ ਚੱਲਦਾ, ਰੁਕਾਵਟ ਬਣਦੀ ਨਾ, ਫ੍ਰੀਕੁਐਂਸੀ ਜਿਹੜੀ ਉਹਦਾ ਮੇਲ ਨਹੀਂ ਹੁੰਦਾ। ਸਾਡੀ ਆਤਮਾ ਦਾ ਅਤੇ ਪਰਮਾਤਮਾ ਦਾ ਇਹੀ ਹਾਲ ਹੈ। ਜਦੋਂ ਅਸੀਂ ਇਕਾਗਰ ਹੋਵਾਂਗੇ ਇੱਕ ਸ਼ਕਤੀ ਜਿਹੜੀ ਹੈ ਉਸ ਨੂੰ ਅਸੀਂ ਪਕੜਨ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਸਰੀਰ ਦੇ ਅੰਦਰ ਉਹ ਐਨਰਜੀ ਆਉਂਦੀ ਹੈ, ਉਹ ਕੋਈ ਨਾ ਕੋਈ ਜਿੱਥੇ ਕਮਜ਼ੋਰ ਹੋਏਗਾ ਸਰੀਰ ਦਾ ਕੋਈ ਅੰਗ, ਕੋਈ ਸੈੱਲ ਕਮਜ਼ੋਰ ਹੋਏਗਾ ਉੱਥੇ ਖੁਜਲੀ ਹੋਏਗੀ, ਸਾਡਾ ਦਿਮਾਗ ਸੁਸਤ ਹੋਏਗਾ, ਉਸ ਨੂੰ ਜਗਾਉਣ ਵਾਸਤੇ ਉਹ ਐਨਰਜੀ ਜਿਹੜੀ ਹੈ ਜਦੋਂ ਅੰਦਰ ਪ੍ਰਵੇਸ਼ ਕਰਦੀ ਹੈ ਉਬਾਸੀ ਆਉਂਦੀ ਹੈ। ਪਰ ਉਸ ਨੂੰ ਬਰਦਾਸ਼ਤ ਕਰਨਾ ਚਾਹੀਦਾ। ਹੌਲੀ ਹੌਲੀ ਪ੍ਰੈਕਟਿਸ ਕਰੋਗੇ ਠੀਕ ਹੋ ਜਾਏਗਾ। ਥੋੜ੍ਹੇ ਕੁ ਦਿਨਾਂ ਦੀ ਖੇਡ ਹੁੰਦੀ ਹੈ, ਫਿਰ ਉਸ ਤੋਂ ਬਾਅਦ ਫਿਰ ਤੁਸੀਂ ਸੁਚੇਤ ਹੋ ਜਾਓਗੇ, ਫਿਰ ਨਾ ਉਬਾਸੀ ਆਏਗੀ, ਨਾ ਕਿਸੇ ਤਰ੍ਹਾਂ ਦੇ ਸਰੀਰ ਦੀ ਕੋਈ ਇਸ ਤਰ੍ਹਾਂ ਦੀ ਖੁਜਲੀ ਵਗੈਰਾ ਹੋਏਗੀ, ਬਿਲਕੁਲ ਨਹੀਂ ਹੋਏਗੀ। ਇੱਕ ਗੱਲ ਦਾ ਧਿਆਨ ਰੱਖਣਾ, ਮੈਂ ਜਿਹੜੀਆਂ ਗੱਲਾਂ ਕਰ ਰਿਹਾ ਮੇਰਾ ਆਪਣਾ ਤਜਰਬਾ ਕੋਈ ਨਹੀਂ, ਮੈਂ ਪੜ੍ਹੀਆਂ ਕਿਤਾਬਾਂ ਵਿੱਚ ਤੁਹਾਨੂੰ ਸੁਣਾ ਰਿਹਾ। ਸਾਡੀ ਮੁਸ਼ਕਿਲ ਇਹ ਹੈ ਕਿ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਫਿਰ ਆਪਾਂ ਇਹ ਕਹਿ ਦਿੰਦੇ ਇਹ ਤਾਂ ਸਧਾਰਨ ਬੰਦਾ ਨਹੀਂ, ਇਹ ਤਾਂ ਸੰਤ ਹੈ। ਫਿਰ ਉਹਦੀ ਪੂਜਾ, ਨਾ ਉਹਦੇ ਪੱਲੇ ਕੁਛ ਰਹਿਣ ਦਿੰਦੇ, ਨਾ ਆਪਣੇ ਪੱਲੇ ਪੈਂਦਾ ਕੁਛ। ਮੈਨੂੰ ਭਾਈ ਸਾਹਿਬ ਜੀ ਕਹਿੰਦੇ ਇਹ ਸੰਤ ਰਾਗੀ, ਪਤਾ ਨਹੀਂ ਇਹਨਾਂ ਨੂੰ ਕਿਵੇਂ ਭੁਲੇਖਾ ਪੈ ਗਿਆ, ਮੈਂ ਪਖੰਡੀ ਸੰਤ ਬਣਨਾ ਨਹੀਂ ਚਾਹੁੰਦਾ, ਚੋਲੇ ਵਾਲਾ, ਗੁਲ ਪੱਗ ਵਾਲਾ। ਸੰਤ ਬਹੁਤ ਹਨ, ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਤੋਂ ਤਰਕ ਕਰਦਾ, ਪਰ ਸੰਤ ਬਣਨਾ ਹੈ ਬੜਾ ਮੁਸ਼ਕਿਲ, ਉਹ ਮੇਰੇ ਕੋਲ ਬਣਿਆ ਨਹੀਂ ਜਾਂਦਾ, ਕੱਚਾ ਮੈਂ ਬਣਨਾ ਨਹੀਂ ਚਾਹੁੰਦਾ। ਇਸ ਕਰਕੇ ਤੁਸੀਂ ਮੇਰੇ ਲਈ ਅਰਦਾਸ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਸਿੱਖ ਬਣਾ ਲਵੇ। ਮੈਨੂੰ ਅਜੇ ਸਿੱਖ ਬਣਨਾ ਹੀ ਨਹੀਂ ਆਇਆ, ਔਰ ਸੱਚੀ ਮੁੱਚੀ ਸਿੱਖੀ ਔਖੀ ਹੈ, ਸੰਤ ਬਣਨਾ ਸੌਖਾ ਹੈ। ਭਾਈ ਗੁਰਦਾਸ ਸਾਹਿਬ ਵਰਗੇ ਆਖਦੇ ਹਨ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਆਪਾਂ ਤਾਂ ਬੜੇ ਸਧਾਰਨ ਆ ਨਾ, ਪਰ ਸਾਹਿਬ ਦੇ ਚਰਨਾਂ ਦੇ ਵਿੱਚ ਰੋਜ਼ ਅਰਦਾਸ ਕਰੀਏ, ਗਰੀਬ ਨਵਾਜ਼ ਪਾਤਸ਼ਾਹ ਸਾਨੂੰ ਸਿੱਖ ਬਣਾ ਲੈ, ਅਸੀਂ ਤੇਰੇ ਸਿੱਖ ਬਣ ਜਾਈਏ। ਸਿੱਖ ਦਾ ਮਤਲਬ ਸਟੂਡੈਂਟ, ਸਿੱਖਣ ਵਾਲਾ। ਅਜੇ ਸਿੱਖਿਆ ਹੈ ਨਹੀਂ ਤਾਂ ਸੰਤ ਕਿਵੇਂ ਬਣ ਜਾਵਾਂਗੇ ਜੀ? ਸਕੂਲ ਤਾਂ ਗਏ ਨਹੀਂ, ਸਕੂਲ ਜਾਵਾਂਗੇ ਤੇ ਤਾਂ ਹੀ ਕੋਈ ਆਖੇਗਾ ਨਾ ਇਹ ਸਕੂਲ ਵਿੱਚ ਪੜ੍ਹਦਾ, ਇਹ ਸਟੂਡੈਂਟ ਹੈ, ਇਹ ਵਿਦਿਆਰਥੀ ਹੈ, ਇਹ ਸਿੱਖ ਹੈ, ਇਹ ਸਿੱਖ ਰਿਹਾ। ਸਕੂਲ ਗਏ ਕੋਈ ਨਹੀਂ ਤੇ ਡਿਗਰੀ ਹਾਸਲ ਕਰ ਲਈ ਸੰਤ ਦੀ, ਇਹ ਬਾਅਦ ਵਿੱਚ ਮਿਲਦੀਆਂ ਡਿਗਰੀਆਂ। ਫਿਰ ਤੁਸੀਂ ਪਹਿਲਾਂ ਸਕੂਲ ਜਾਓਗੇ, ਫਿਰ ਤੁਸੀਂ 10ਵੀਂ ਜਮਾਤ ਪਾਸ ਕਰੋਗੇ, ਫਿਰ 11ਵੀਂ ਕਰੋਗੇ, +2, ਤੇ ਫਿਰ ਉਸ ਤੋਂ ਬਾਅਦ, ਤੇ ਫਿਰ ਉਸ ਤੋਂ ਬਾਅਦ, ਤੇ ਫਿਰ ਗ੍ਰੈਜੂਏਸ਼ਨ, ਤੇ ਫਿਰ ਅਗਲੀਆਂ ਡਿਗਰੀਆਂ, ਹੈ ਨਾ। ਇਹ ਸਾਧ, ਇਹ ਸੰਤ, ਇਹ ਬ੍ਰਹਮ ਗਿਆਨੀ, ਇਹ ਗਿਆਨੀ, ਇਹ ਬਹੁਤ ਦੇਰ ਬਾਅਦ ਇਹ ਡਿਗਰੀਆਂ ਹਾਸਲ ਹੁੰਦੀਆਂ। ਖਿਮਾ ਕਰਨਾ,